ਉਹ ਬੰਦ ਕਰਨਾ। ਤਾਂ ਅਸੀਂ ਖੇਤਰ ਦੇ ਕੋਲ ਖੜੇ ਹਾਂ। ਚੰਡੀਗੜ੍ਹ ਤੋਂ ਇਹ ਪੂਰਾ ਏਰੀਆ ਆਉਂਦਾ, ਚੰਡੀਗੜ੍ਹ ਦੇ ਨਾਲ ਲੱਗਦਾ ਏਰੀਆ ਹਰਿਆਣੇ ਦਾ ਪੈ ਜਾਂਦਾ ਹੈ ਤੇ ਕਹਿ ਸਕਦੇ ਹਾਂ ਕਿ ਇੱਕ ਬਾਰਡਰ ਬਿਲਕੁਲ ਲਾਈਨ ਹੈਗੀ। ਹਾਲਾਂਕਿ ਹਰਿਆਣਾ ਪੁਲਿਸ ਦੇ ਉਰੇ ਬੰਦੋਬਸਤ ਨੇ ਤੇ ਰੇਲਵੇ ਟਰੈਕ ਤੇ ਝੜੂਨੀ ਹੋ ਦੀ ਜਿਹੜੀ ਕਿਸਾਨ ਯੂਨੀਅਨ ਹੈ ਉਹਨਾਂ ਦੇ ਵੱਲੋਂ ਉਰੇ ਰੇਲਵੇ ਟਰੈਕ ਰੋਕਿਆ ਗਿਆ। ਪੁਲਿਸ ਨੇ ਵੀ ਹਾਲਾਂਕਿ ਪ੍ਰਬੰਧ ਕੀਤੇ ਨੇ ਪੁਖਤਾ, ਪਰ 4 ਘੰਟਿਆਂ ਦੇ ਬੰਦ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਜਿਹੜਾ ਕਿਸਾਨਾਂ ਨੇ ਵਿਚਾਲੇ ਗੱਡੀ ਖੜਾ ਕੇ ਜਿਹੜਾ ਇਹ ਪੂਰਾ ਬੰਦ ਕੀਤਾ। ਕਿਹਾ ਜਾ ਸਕਦਾ ਕਿ ਜਿਵੇਂ ਜਿਵੇਂ ਲਗਾਤਾਰ ਵੱਧ ਰਿਹਾ ਕਿਸਾਨੀ ਅੰਦੋਲਨ ਅੱਗੇ ਨੂੰ, ਤਾਂ ਜਿਹੜੀ 4 ਘੰਟਿਆਂ ਦੀ ਕਾਲ ਦਿੱਤੀ ਗਈ ਰੇਲਵੇ ਟਰੈਕ ਰੋਕਣ ਦੀ, ਤਾਂ ਉਹਦੇ ਵਿੱਚ ਇਹ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ। ਪਹਿਲਾਂ ਤੁਸੀਂ ਬੰਦੋਬਸਤ ਦੇਖ ਲਓ। ਹਰਿਆਣਾ ਪੁਲਿਸ ਨੇ ਜਿਹੜਾ ਕਿ ਲਾਈਆਂ ਨੇ ਗੱਡੀਆਂ, ਵਾਟਰ ਕੈਨਨ ਖੜੀ ਆ ਉਹਨਾਂ ਦੀ, ਤੇ ਆਂਸੂ ਗੈਸ ਸਿੱਟਣ ਵਾਲੀ ਗੱਡੀ ਆ ਜਿਹੜੀ ਉਹ ਵੀ ਖੜੀ ਆ। ਦੂਜੇ ਪਾਸੇ ਦੇਖਿਆ ਜਾਵੇ ਤਾਂ ਇਹ ਰੋਡ ਪੂਰਾ ਹੈਗਾ। ਹਾਲਾਂਕਿ ਇਹ ਰੋਡ ਬਾਕੀ ਦਿਨਾਂ ਦੇ ਵਿੱਚ ਕਿਉਂਕਿ ਉਹ ਪੁਲ ਬਣ ਰਿਹਾ ਬੰਦ ਕੀਤਾ, ਪਰ ਰੇਲਵੇ ਟਰੈਕ ਨੇ ਜਿਹੜੇ ਉਹ ਖੁੱਲ੍ਹੇ ਨੇ। ਤਾਂ ਰੇਲਵੇ ਟਰੈਕਾਂ ਤੇ ਹੁਣ ਅੱਜ ਕਿਸਾਨ ਬੈਠੇ ਨੇਗੇ ਤੇ ਕਹਿ ਸਕਦੇ ਹਾਂ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ, ਜਿਵੇਂ ਪਹਿਲਾਂ ਅਸੀਂ ਸ਼ੁਰੂਆਤ ਪੰਜਾਬ 'ਚੋਂ ਦੇਖੀ ਸੀ, ਪਰ ਹਰਿਆਣੇ ਦੇ ਵਿੱਚ ਵੀ ਹੁਣ ਜਿਹੜੀ ਵੀ ਕੋਈ ਕਾਲ ਦਿੱਤੀ ਜਾਂਦੀ ਆ ਬੰਦ ਦੀ ਹੋਵੇ, ਪ੍ਰੋਟੈਸਟ ਦੀ ਹੋਵੇ, ਤਾਂ ਉੱਥੇ ਵੀ ਲਗਾਤਾਰ ਹੈ ਜਿਹੜਾ ਗੱਡੀ ਦਾ ਚੱਕਾ ਰੋਕਿਆ ਜਾਂਦਾ। ਤੇ ਇੱਧਰ ਦੇਖੋ ਤੁਸੀਂ ਜਿਹੜੇ ਯੂਨੀਅਨ ਦੇ ਲੋਕ ਬੈਠੇ ਨੇ ਕਿ ਕਿਵੇਂ ਲਗਾਤਾਰ ਕੋਸ਼ਿਸ਼ਾਂ 'ਚ ਜੁਟੇ ਹੋਏ ਨੇ ਕਿਸਾਨ। ਬਜ਼ੁਰਗ ਬੀਬੀਆਂ ਨੇ ਜਿਹੜੀਆਂ ਉਹ ਵੀ ਬੈਠੀਆਂ ਨੇਗੀਆਂ, ਕਿਉਂਕਿ ਲਗਾਤਾਰ ਕੋਸ਼ਿਸ਼ ਹਰ ਕਿਸੇ ਦੀ ਇਹੀ ਹੈ ਵੀ ਜਿਹੜਾ ਖੇਤੀ ਕਾਨੂੰਨਾਂ ਦਾ ਵਿਰੋਧ ਹੋ ਰਿਹਾ ਉਹਦੇ ਵਿੱਚ ਹੋ ਰਿਹਾ ਤੇ ਉਹਦੇ ਵਿੱਚ ਕਿਤੇ ਨਾ ਕਿਤੇ ਹਰ ਕਿਸੇ ਦੀ ਕੋਸ਼ਿਸ਼ ਇਹੀ ਕਿ ਮੈਂ ਆਪਦਾ ਵੱਧ ਚੜ੍ਹ ਕੇ ਯੋਗਦਾਨ ਪਾਵਾਂ। ਬਜ਼ੁਰਗ ਮਾਤਾ ਨੇ, ਇਹਨਾਂ ਨਾਲ ਗੱਲ ਕਰ ਲੈਂਦੇ ਆ। ਬੀਬੀ ਜੀ, ਬੜੇ ਬਜ਼ੁਰਗੋਂ ਤੁਰਨਾ ही औखा हो जाता है इस उम्र, ਤੁਸੀਂ ਧਰਨੇ ਤੇ ਬੈਠੇ ਹੋ। ਕੋਈ ਨਾ ਬੇਟੇ, ਦੇਖੋ ਇਹ ਧਰਨੇ ਦੇ ਸਾਨੂੰ ਮੋਦੀ ਨੇ ਬਿਠਾ ਦਿਆ। ਸਾਡੀ ਉਮਰ ਤਾਂ ਘਰ ਬੈਠ ਕੇ ਖਾਣੇ ਦੀ ਸੀ। ਜਦ ਸਾਡੇ ਨੌਜਵਾਨ ਬਾਰਡਰ ਤੇ ਬੱਚੇ ਪਹੁੰਚੇ ਹੋਏ ਆ, ਬਜ਼ੁਰਗ ਸਾਡੀਆਂ ਭੈਣਾਂ ਪਹੁੰਚੀਆਂ ਹੋਈਆਂ, ਤਾਂ ਅਸੀਂ ਕਿੱਦਾਂ ਇੱਥੇ ਬਹਿ ਜਾਈਏ? ਅਸੀਂ ਵੀ ਧਰਨੇ ਤੇ ਬੈਠੇ, ਹੋ ਅੱਗੇ ਬੈਠੇ, ਅਸੀਂ ਉਰੇ ਬੈਠੇ ਆ। ਮੇਰੀ ਉਮਰ ਇਸ ਟਾਈਮ 70 ਸਾਲ ਦੀ ਹੋ ਚੁੱਕੀ ਹੈ। 2-2.5 ਸਾਲ ਤੇ ਮੈਂ ਇਹਨਾਂ ਦੇ ਧਰਨੇ ਚੜੀ ਜਾਤੇ ਭਾਰਤ ਬੰਦ ਹੈ। ਲੇਕਿਨ ਮੋਦੀ ਨੂੰ ਮੈਂ ਭਾਸ਼ਣ ਦੇ ਦੇ ਕੇ ਹਾਰ ਗਈ। ਤੇ ਮੋਦੀ ਜੀ, ਇਹ ਜਿਹੜੇ ਕਾਲੇ ਕਾਨੂੰਨ ਹੈ ਵਾਪਸ ਲੈ ਲਓ, ਇਹ ਤੁਹਾਡੇ ਫਾਇਦੇ ਹੋਣਗੇ। ਅਗਰ ਤੇ ਇਹਨੇ ਜ਼ਿਮੀਦਾਰਾਂ ਨੇ ਕਾਨੂੰਨ ਬਣਾਏ ਹੈ ਤਾਂ ਦੱਸੋ। ਨਹੀਂ, ਇਹਨਾਂ ਨੇ ਮੈਨੇ ਤੁਸੀਂ ਸੁਪਰੀਮ ਕੋਰਟ ਨੂੰ ਵੀ ਜਵਾਬ ਨਹੀਂ ਦੇ ਸਕੇ ਬਈ ਨਹੀਂ ਇਹਨਾਂ ਨੇ ਨਹੀਂ ਬਣਾਏ, ਤਾਂ ਤੁਹਾਨੂੰ ਉੱਥੇ ਵੀ ਮੈਂ ਕਿਹਾ ਲਾਹਨਤ ਮਿਲੀ। ਕਮ ਸੇ ਕਮ ਤੁਸੀਂ ਇਹ ਸੋਚੋ ਕਿ ਇਹ ਜਨਤਾ ਠੀਕਰੀ ਬਾਰਡਰ ਤੇ ਬੈਠੀ ਹੈ और दिल्ली बॉर्डर, सिंधु के बॉर्डर, गाजीपुर के बॉर्डर, और कितने हमारे नौजवान बच्चे मर चुके हैं। थानू उनकी तो शहादत का पता नहीं है, कितने नौजवान मरे, पर लेकिन थानू उधर का भी फिक्र है। शहीद मार चुके हैं, शहीद मार चुके हैं, लेकिन इनका कोई नहीं, ये नहीं किसी को। दूसरी बात है तो मोदी जी आप ही हिंदुस्तान ने जताया, जो हिंदुस्तान जता सकता वो गिरा भी सकता है। लेकिन आप अपनी अपनी आदतों से हट जाओ और सीधा जाके इन्हों बार्डर से बात करो, कोई थानू दिक्कत नहीं। आप इन्हों के तीने काले कानून वापस कर दो। दूसरी, यो किसान जब भी जाते हैं सेंटर में, दमोदर जी के साथ बात करते हैं भी आप दसो, दमोदर जी तो काम करते भी थानू केड़ी गोली चाहिए, डॉक्टर वाला काम है भी थानू केड़ी गोली क्या दूगा, गोली दे दी भी आगे जवाका वांगू विड़ जावे। लेकिन मोदी जी एक गोली नहीं खाओगे, दमोदर जी गोली नहीं खाओगे, गृह मंत्री जी ये तो अपने 3 काले कानून मतलब वापस लेने। दूसरी बात ये है, ये कानून किसानों नहीं घेरूंगे, मजदूरों सबसे ज्यादा घेरूंगे। इस टाइम देखो कितनी महंगाई हो रही है, सिलेंडर महंगा हो चुका, पेट्रोल महंगा हो चुका, बताओ कितने अगे तो अगे बढ़नी है। अगर ये 3 कानून हो गए, इन्होंने रसोई च बढ़ जाना जाके, सानू खाना मना हो जाना। दूसरे इन्होंने मानी अडवाणी दे ये विके हुए है, मोदी हो तीनों विके हुए हैं। मैं तो तीनों कहनी हाँ, सेंटर में मोदी बैठा, हरियाणे में खट्टर बैठा, और उथे यूपी में वो बैठे अमित शाह। बताओ, ये तीनों ने बेड़ा गर्क करया होया देश का। ਮਾਤਾ ਜੀ, ਜਦੋਂ ਬੋਲਦੇ ਨੇ, ਜਦੋਂ ਸਰਕਾਰ ਆਉਣੀ ਸੀ ਉਦੋਂ ਪਹਿਲਾਂ ਤਾਂ ਬੜਾ ਕਹਿਦੀ ਵੀ ਬੜੇ ਅੱਛੇ ਦਿਨ ਆਉਣਗੇ। ਇਧਰ ਖੱਟਰ ਸਾਹਿਬ ਨੇ ਵੀ ਦੇਖਿਓ ਤੁਸੀਂ ਦੂਜੀ ਵਾਰੀ ਚੁਣ ਕੇ ਭੇਜਿਆ, ਤਾਂ ਉਵੇਂ ਲੱਗਦਾ ਤੁਹਾਨੂੰ ਕਿ ਆਖਰਕਾਰ ਜਿਹੜੇ ਕਿਸਾਨਾਂ ਨੇ ਵੋਟਾਂ ਪਾਈਆਂ ਉਹਨਾਂ ਨੇ ਖੜਨਾ? ਨਹੀਂ ਭੇਜਿਆ। ਅੱਜ ਨੌਜਵਾਨ ਬੱਚੇ ਨੇ ਜਿਹੜੇ ਰੋ ਰਹੇ, ਜਿਨ੍ਹਾਂ ਨੇ ਮੋਦੀ ਨੂੰ ਹੀਰੋ ਹੀਰੋ ਹੋ ਜੋ ਕਹਿ ਕੇ ਬਣਾ ਦਿਆ, ਅੱਜ ਇਹੀ ਬੱਚੇ ਨੂੰ। ਸਾਡੇ ਬੱਚੇ ਨੌਜਵਾਨ ਡਿਗਰੀਆਂ ਕਰਕੇ ਐਮਐਲਏ ਬਣ ਕੇ ਵਕਾਲਤ ਕਰਕੇ ਅੱਜ ਘਰ ਬੈਠੇ, ਕੰਪਨੀਆਂ ਵੀ ਫੇਲ ਹੋ ਰਹੀਆਂ ਇਹਨਾਂ ਦੀਆਂ।
ਇਹ ਬੱਚਿਆਂ ਨੇ ਭੇਜਿਆ ਜਿਹੜੇ ਪੁਰਾਣੇ ਬਜ਼ੁਰਗ ਹੈ, ਨਹੀਂ ਮੰਨਦੇ ਬੀਜੇਪੀ ਕੀ। ਇਹ ਬੀਜੇਪੀ ਹੈ ਬੜੇ ਲੋਕਾਂ ਦੀ ਹੈ, ਸਮੁਦਾਇਦਾਰਾਂ ਦੀ ਹੈ, ਸਾਡੀ ਕੋਈ ਨਹੀਂ ਹੈ। ਅਸੀਂ ਨਹੀਂ ਇਹਨੂੰ ਭੇਜ ਸਕਦੇ। ਮਾਤਾ ਜੀ ਪਹਿਲੀ ਵਾਰੀ ਆਏ ਫਿਰ ਇਸ ਪੂਰੇ ਅੰਦੋਲਨ 'ਚ, ਜਾਂ ਪੁਰਾਣੀ ਤੁਸੀਂ ਲਗਾਤਾਰ ਪਹਿਲਾਂ ਵੀ ਚੱਲਦੇ ਹੋ? ਮੈਂ ਜੀ ਸ਼ੁਰੂ ਤੇ ਲੱਗੀ ਹੋਈ ਆ, ਮੈਂ ਅੰਨਾ ਹਜ਼ਾਰੇ ਦੇ ਨਾਲ ਚਲੀ ਹੋਈ ਆ, ਅੱਛਾ, ਉਦੋਂ ਚੱਲੇ ਸੀ। ਜਦ ਤੇ ਚੱਲ ਰਹੀਆਂ ਤੇ ਅੰਦੋਲਨ ਕਿਸ ਤਰ੍ਹਾਂ ਕਰੀਦਾ, ਇਹਨਾਂ ਨੂੰ ਕਿੱਦਾਂ ਮੂੰਹ ਤੋੜ ਜਾ, ਚਾਹੇ ਕਿਸੇ ਦੀ ਸਰਕਾਰ ਹੋ, ਅਸੀਂ ਨਹੀਂ ਬਖਸ਼ਣਾ। ਤੇ ਫਿਰ ਤੁਹਾਨੂੰ ਘਰੇ ਨਹੀਂ ਰੋਕਦੇ ਵੀ ਐਡੀ ਉਮਰ ਹੋ ਗਈ, ਤੁਸੀਂ ਕਿੱਥੇ ਅੰਦੋਲਨਾਂ 'ਚ ਫਿਰਦੇ ਹੋ, ਕੱਲ ਨੂੰ ਕੋਈ ਨੀਮ ਕੀਮ ਹੋ ਜੇ? ਮੈਂ ਬੱਚਿਆਂ ਨੂੰ ਵੀ ਕਹਿ ਦਿੰਦੀ ਆ, ਬੱਚੋ ਤੁਸੀਂ ਵੀ ਚਲੋ, ਸਾਨੂੰ ਇਹ ਕਹਿੰਦਾ ਅਸੀਂ ਤਾਂ ਚਲੋ ਖਾ ਪੀ ਲਿਆ, ਅਸੀਂ 50 ਦਾ ਜਦਾ ਪਾਈਆ ਦੁੱਧ ਵੀ ਪੀ ਲਿਆ, ਸਾਨੂੰ ਹੁਣ ਤੁਸੀਂ ਦੁੱਧ ਵੀ ਮੰਗਦੇ, ਅੱਛੀ ਚੀਜ਼ਾਂ ਮੰਗਦੇ ਤੁਹਾਡੇ। ਤੇ ਫਿਰ ਹੁਣ ਜੇ ਕਹੀਏ ਕਿ ਬੱਚੇ ਨਹੀਂ, ਉਹ ਨਹੀਂ ਆਉਂਦੇ, ਬਾਕੀ ਪਰਿਵਾਰ ਦੇ ਨਹੀਂ ਆਉਂਦੇ? ਨਹੀਂ ਆ ਰਹੇ ਟੋਲ ਪਲਾਜ਼ਾ ਤੇ ਆਂਦੇ ਬੱਚੇ, ਲੇਕਿਨ ਮੈਂ ਇਹਨਾਂ ਦੇ ਨਾਲ ਚੱਲਦੀ ਆ, ਚਾਹੇ ਜਿੱਥੇ ਮਰਜ਼ੀ ਜਾਵਾਂ। ਮੈਂ 2 ਦਿਨ ਟਿਕਰੀ ਬਾਰਡਰ ਤੇ ਰਹੀ ਆਈ ਆ, ਇਹਨਾਂ ਦਾ ਵਾਤਾਵਰਨ ਦੇਖ ਕੇ ਮੈਨੂੰ ਧੀਆਂ ਨੇ ਕਿਹਾ ਵੀ ਉੱਥੇ ਜਿੱਦਾਂ ਹੈ, ਕੁਝ ਨਹੀਂ ਖਾਣ ਨੂੰ ਮਿਲਦਾ, ਸਭ ਕੁਝ ਹੈ। ਬੀਬੀਆਂ ਬਜ਼ੁਰਗਾਂ ਦੀ ਤਾਂ ਬਿਲਕੁਲ ਕਦਰ ਹੋ ਰਹੀ ਹੈ, ਉੱਥੇ ਬੱਚਿਆਂ ਦੀ ਕਦਰ ਹੋ ਰਹੀ ਹੈ। ਅੱਛਾ, ਉੱਥੇ ਸਾਰਾ ਪੁੱਛਦੇ ਨੇ ਵੀ ਹਾਂ ਵੀ ਤੁਸੀਂ ਬਜ਼ੁਰਗ ਹੋ ਤੇ ਤੁਹਾਨੂੰ ਦਿੱਕਤ ਨਹੀਂ ਆਉਣ ਦਿੰਦੇ ਕੋਈ? ਬਿਲਕੁਲ ਦਿੱਕਤ ਨਹੀਂ ਹੈ, ਬਜ਼ੁਰਗਾਂ ਦੀ ਵੀ ਬਿਲਕੁਲ ਹੈ, ਬੱਚਿਆਂ ਦੀ ਵੀ ਹੈ, ਭੈਣਾਂ ਦੀ ਵੀ ਕਦਰ ਹੈ, ਸਾਰਿਆਂ ਦੀ ਉੱਥੇ। ਸਭ ਦੀ ਕਦਰ ਹੈ। ਫਿਰ ਕਦੋਂ ਕੁ ਤੱਕ ਲੱਗੇ ਰਹੋਗੇ? ਇਹ ਤਾਂ ਕੋਈ ਪਤਾ ਨਹੀਂ ਅੰਦੋਲਨ ਕਿੰਨਾ ਟਾਈਮ ਹੋਰ ਚੱਲ ਜੇ, ਕਹਿੰਦੇ 6 ਇਹ ਤਾਂ ਮੋਦੀ ਆਪਣਾ ਪੱਤਾ ਸਾਫ਼ ਕਰ ਲਵੇ। ਇਹ ਅੰਦੋਲਨ ਮੋਦੀ ਨੂੰ ਬੰਦ ਕਰਨਾ ਪਊਗਾ, 3 ਕਾਲੇ ਕਾਨੂੰਨ ਵਾਪਸ ਲੈਣੇ ਪਊਗੇ, ਨਹੀਂ ਅੰਦੋਲਨ ਚੱਲਦਾ ਰਹੇ। ਅੰਦੋਲਨ ਦਾ ਕੋਈ ਫਿਕਰ ਨਹੀਂ ਸਾਨੂੰ ਜਦ ਤੱਕ। ਇੱਕ ਬੰਦੇ ਹੋਰ ਦੱਸੋ, ਤੁਹਾਨੇ ਵੀ ਸੁਣਿਆ ਹੋਣਾ, ਉਹ ਕਹਿੰਦੇ ਤਾਂ ਕਾਮਰੇਡਾਂ ਨੇ ਘੇਰ ਲਿਆ, ਵਿੱਚ ਹੋਰ ਆ ਕੇ ਰਲ ਗਏ, ਯੋਗੇਂਦਰ ਯਾਦਵ ਵਰਗੇ ਰਲ ਗਏ, ਕਹਿੰਦੇ ਉਹਨਾਂ ਨੇ ਖਰਾਬ ਕਰਿਆ ਸਾਰਾ। ਮੋਦੀ ਨੇ ਤਾਂ ਕਿਹਾ ਉਹਨਾਂ ਦੇ ਜਿੰਨੇ ਵੀ ਬੈਠੇ ਨੇ ਸੈਂਟਰ में सबने हथ कंडे लगाने हैं, बे ना बीच दुई सरकार आ रही, दुई पार्टी वाले ऑब्जेक्शन पार्टी आके काम करे। सरकार ने करे ये सरकार है ना जेडी कुत्ती, इनको ये पूछते हैं जब कांग्रेस आई तो तुम क्या कह रहे थे, अब कांग्रेस तुम्हें कह रही। यहाँ तो जो आएगा झंडा नहीं लेकर आएगा, वो किसान के आंदोलन में ऐसे आएगा जैसे किसान बैठा है। हाँ, ਦੇਖੋ ਕਿ 70 ਸਾਲ ਦੀ ਬੇਬੇ ਦਾ ਹੌਸਲਾ ਕਿ ਕਹਿੰਦੀ ਟਿੱਕਰੀ ਬਾਰਡਰ ਵੀ ਮੈਂ ਜਾ ਆਈ ਹਾਂ, ਜਿਵੇਂ ਕਿ ਦਿੱਲੀ ਵੀ ਇੱਥੇ ਜਾਂਦੀ ਆਉਂਦੀ ਰਹਿੰਦੀ ਆ, ਤੇ ਉਸ ਤੋਂ ਬਾਅਦ ਅੱਜ ਉਰੇ ਜਿਵੇਂ ਰੇਲ ਰੋਕੋ ਅੰਦੋਲਨ ਸੀ ਉਹਦੇ 'ਚ ਵੀ ਸ਼ਾਮਲ ਹੋਏ ਨੇ। ਖੈਰ ਅਸੀਂ ਜ਼ਿਆਦਾ ਦੇਖਿਆ ਕਿ ਜਿਸ ਤਰ੍ਹਾਂ ਦੇ ਨਾਲ ਬਜ਼ੁਰਗਾਂ ਨੇ ਤਾਂ ਇਹ ਗੱਲ ਵੀ ਕਹਿਤੀ ਕਿ ਅਸੀਂ ਆਪਦੀ ਉਮਰ ਤਾਂ ਹੰਢਾ ਲਈਆਂ ਨੇ, ਹੁਣ ਨੌਜਵਾਨਾਂ ਨੂੰ ਖੈਰ ਸੋਚਣਾ ਚਾਹੀਦਾ। ਉਹ ਕਹਿੰਦੇ ਅਸੀਂ ਤਾਂ ਬੀਜੇਪੀ ਨੂੰ ਪਹਿਲਾਂ ਵੀ ਨਹੀਂ ਸੀ ਚੰਗਾ ਸਮਝਦੇ, ਅਸੀਂ ਇਹ ਨੌਜਵਾਨਾਂ ਨੇ ਵੋਟਾਂ ਪਾਈਆਂ ਸੀ ਤੇ ਉਸ ਤੋਂ ਬਾਅਦ ਆਹ ਹਾਲ ਹੈ। ਖੈਰ ਇਹ ਤਸਵੀਰਾਂ ਤੁਹਾਨੂੰ ਰੇਲਵੇ ਟਰੈਕ ਦੀਆਂ ਦਿਖਾ ਰਹੇ ਹਾਂ, ਪੰਚਕੂਲੇ ਦਾ ਏਰੀਆ ਪੈ ਜਾਂਦਾ ਇਹ, ਚੰਡੀਗੜ੍ਹ ਤੋਂ ਬਿਲਕੁਲ ਨਾਲ ਸਟਿਆ ਹੋਇਆ ਹੈਗਾ। ਤੇ ਜਿਵੇਂ ਜਿਵੇਂ ਕਹੀਏ ਕਿ ਖੇਤੀ ਕਾਨੂੰਨਾਂ ਦਾ ਲਗਾਤਾਰ ਜਿਹੜਾ ਵਿਰੋਧ ਹੋ ਰਿਹਾ, ਉਹਦੇ ਵਿੱਚ ਜ਼ਰੂਰ ਲਗਾਤਾਰ ਨੌਜਵਾਨ ਨੇ ਉਹ ਵੀ ਲੱਗੇ ਹੋਏ ਨੇਗੇ ਨਾਲੋਂ ਨਾਲ, ਤੇ ਹਰ ਇੱਕ ਕਿਸੇ ਦੀ ਕੋਸ਼ਿਸ਼ ਇਹੀ ਹੈ ਕਿ ਆਖਰ ਜਦੋਂ ਤੱਕ ਇਹ ਪੂਰਾ ਅੰਦੋਲਨ ਚੱਲੂਗਾ ਉਦੋਂ ਤੱਕ ਅਸੀਂ ਇਹਨਾਂ ਦੇ ਜਿਹੜਾ ਹੈ ਕਿ ਨਾਲ ਜੁਟ ਕੇ ਰਹਾਂਗੇ। ਤੇ ਕਿਹਾ ਜਾਂਦਾ ਕਿ ਜਿਵੇਂ ਪੁੱਛਿਆ ਸੀ ਉਹਨਾਂ ਨੂੰ ਵੀ ਕਹੀ ਜਾਂਦੇ ਨੇ ਕੋਈ ਕਾਮਰੇਡਾਂ ਦੇ ਨੇ ਇਹ ਪ੍ਰੋਟੈਸਟ ਜਾਂ ਯੋਗੇਂਦਰ ਯਾਦਵ ਹੋਰਾਂ ਨੇ ਖਰਾਬ ਕਰਿਆ, ਤਾਂ ਉਹ ਕਹਿੰਦੇ ਝੰਡਾ ਛੱਡ ਕੇ ਜਿਹੜਾ ਵੀ ਆਵੇ ਉਹ ਕਿਸਾਨ ਹੈ ਤੇ ਉਹਨੂੰ ਕਿਸਾਨ ਦੇ ਤੌਰ ਤੇ ਹੀ ਅਸੀਂ ਅੱਗੇ ਜਿਹੜਾ ਹੈ ਉਹ ਡੀਲ ਕਰਾਂਗੇ। ਬਜ਼ੁਰਗ ਨੂੰ ਪੁੱਛ ਲੈਂਦੇ ਹਾਂ ਕਿ ਆਖਰ ਸਿੱਧਾ ਉਹਨਾਂ ਨੂੰ ਇਸ ਪੂਰੇ ਅੰਦੋਲਨ 'ਚ ਦੇਖਿਆ ਜਾਵੇ, ਕਿਤੇ ਨਾ ਕਿਤੇ ਇਹ ਗੱਲ ਮੰਨੀ ਜਾਂਦੀ ਹੈ ਕਿ ਹਾਂ ਤੁਸੀਂ ਜਿਹੜਾ ਕਿਸ ਰੂਪ ਦੇ ਵਿੱਚ ਜਿਹੜਾ ਉਰੇ ਪਹੁੰਚੇ ਨੇ। ਤੁਸੀਂ ਦੇਖੋ ਅਲੱਗ-ਅਲੱਗ ਬੁਲਾਰੇ ਨੇ ਜਿਹੜੇ ਹਰੇਕ ਆਪਦੀ ਗੱਲਾਂ ਵੀ ਸਾਂਝੀਆਂ ਕਰਦੇ ਨੇਗੇ। ਬਜ਼ੁਰਗੋ ਸਪੀਚ ਕਰਕੇ ਆਏ ਹੋ, ਕਿਹਾ ਲਗਾਤਾਰ ਮੋਦੀ ਹੁਣ ਤੱਕ ਕਹਿੰਦੇ ਇਹ ਕਾਮਰੇਡਾਂ ਨੇ ਖਰਾਬ ਕਰਤਾ ਸਾਰਾ, ਨਹੀਂ ਤਾਂ ਠੀਕ ਸੀਗਾ, ਮੰਨ ਗਏ ਸੀ ਕਿਸਾਨ ਤਾਂ। ਮੋਦੀ ਨੂੰ ਤੁਸੀਂ ਸੱਚਾ ਆਦਮੀ ਸਮਝਦੇ ਹੋ? ਮੇਰੀ ਉਮਰ 75 ਸਾਲ ਦੀ ਹੋ ਚੁੱਕੀ ਹੈ। 1964 ਦੇ ਵਿੱਚ ਸਭ ਤੋਂ ਪਹਿਲਾਂ ਪੰਡਿਤ ਜਵਾਹਰ ਲਾਲ ਨਹਿਰੂ ਦਾ ਲੈਕਚਰ ਮੈਂ ਸੁਣਿਆ ਸੀ, ਬਹੁਤ ਨੇੜੇ ਹੋ ਕੇ ਦੇਖਿਆ ਸੀ ਦਿੱਲੀ 'ਚ। 1964 ਮੈਂ ਉੱਥੇ ਨੌਕਰੀ ਕਰਦਾ ਸੀ ਉਹਨਾਂ। 1964 ਤੋਂ ਲੈ ਕੇ ਅੱਜ ਤੱਕ ਜਿੰਨੇ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਬਣੇ ਆ, ਮੈਂ ਉਹਨਾਂ ਨੂੰ ਬਹੁਤ ਗੌਰ ਨਾਲ ਨੇੜਿਓਂ ਹੋ ਕੇ ਦੇਖਿਆ। ਲੇਕਿਨ ਸਾਰਿਆਂ ਦੇ ਵਿੱਚੋਂ ਜਿੰਨਾ ਝੂਠਾ ਪ੍ਰਧਾਨ ਮੰਤਰੀ ਇਹ ਦਿਖਿਆ, ਮੈਨੂੰ ਅੱਜ ਤੱਕ ਕੋਈ ਨਹੀਂ ਦਿਖਿਆ। ਤੁਸੀਂ ਇਹਦੀ ਕਿਹੜੀ ਗੱਲ ਦੇ ਉੱਪਰ ਯਕੀਨ ਕਰੋਗੇ? ਔਰ ਹਰ ਗੱਲ ਦੇ ਵਿੱਚ ਝੂਠ ਬੋਲਣਾ, ਜੁਮਲੇਬਾਜ਼ੀ, ਇਹੀ ਇਹਨੇ ਲਾਈਫ ਦੇ ਵਿੱਚ ਸਿੱਖਿਆ। ਹਿੰਦੁਸਤਾਨ ਦੇ ਲੋਕਾਂ ਦੀ ਮਾੜੀ ਕਿਸਮਤ ਹੈ ਕਿ ਉਹ ਜੁਮਲੇਬਾਜ਼ੀ ਚਾਹ ਰਹੇ ਨੇ ਔਰ ਉਹਨਾਂ ਗੱਲਾਂ ਦੇ ਵਿੱਚ ਆ ਰਹੇ ਨੇ ਜਿਹੜੀਆਂ ਗੱਲਾਂ ਦਾ ਕੋਈ ਜ਼ਮੀਨ ਸਮਾਨ ਨਾਲ ਸੰਬੰਧ ਹੀ ਕੋਈ ਨਹੀਂ ਹੈ। ਸਭ ਤੋਂ ਪਹਿਲਾਂ ਮੈਂ ਇਹ ਸਮਝਣਾ ਚਾਹੁੰਦਾ ਕਿ ਮੋਦੀ ਸਾਹਿਬ, ਜਦੋਂ ਤੂੰ 15-15 ਲੱਖ ਦੇ ਤਾਰੇ ਦਿਖਾਏ ਸੀ, ਸਾਨੂੰ ਸਬਜ਼ ਬਾਗ ਦਿਖਾਏ ਸੀ, ਉਹਨਾਂ 15 ਲੱਖ ਦਾ ਕੀ ਬਣਿਆ?
ਉਸ ਤੋਂ ਬਾਅਦ ਦੇ ਵਿੱਚ ਤੂੰ ਕਿਹਾ ਸੀ 2 ਕਰੋੜ ਦੀ ਨੌਕਰੀ ਪਰ ਈਅਰ ਦੇਊਂਗਾ, ਔਰ ਉਸ 2 ਕਰੋੜ ਦੀ ਨੌਕਰੀ ਦਾ ਕੀ ਬਣਿਆ? ਤੂੰ ਕਿਹਾ ਸੀ ਮਹਿੰਗਾਈ ਘੱਟ ਕਰੂੰਗਾ, ਤਾਂ ਉਸ ਮਹਿੰਗਾਈ ਦਾ ਕੀ ਬਣਿਆ ਜਦੋਂ ਕਿ ਤੇਲ ਦੀਆਂ ਕੀਮਤਾਂ ਖੁਦ ਵਧਾ ਕੇ ਸਾਰੇ ਮੁਲਕ ਦੇ ਵਿੱਚ ਮਹਿੰਗਾਈ ਦੀ ਅੱਗ ਤੂੰ ਖੁਦ ਲਾ ਰਿਹਾ ਹੈ। ਕਿਹੜੀ ਗੱਲ ਦੇ ਉੱਪਰ ਇਹਦੇ ਤੇ ਯਕੀਨ ਕਰਾਂਗੇ? ਇਹਦੀ ਇੱਕ ਵੀ ਗੱਲ ਯਕੀਨ ਕਰਨ ਜੋਗੀ ਨਹੀਂ ਹੈ, ਨਿਰਾ ਝੂਠ ਹੈ। ਲੇਕਿਨ ਲੋਕਾਂ ਦੀ ਮਾੜੀ ਕਿਸਮਤ ਹੈ ਕਿ ਕਿਸੇ ਹਾਲਤ ਦੇ ਵਿੱਚ ਇਹਦੇ ਤੇ ਯਕੀਨ ਕਰ ਗਏ। ਔਰ ਹੁਣ ਮੁਲਕ ਨੂੰ ਜਿਹੜੀਆਂ ਕੰਪਨੀਆਂ ਹਿੰਦੁਸਤਾਨ ਦੇ ਵਿੱਚ 1857 ਦੇ ਵਿੱਚ ਆਈਆਂ ਸੀ, ਔਰ ਉਹ ਕੰਪਨੀਆਂ ਕੋਈ ਹਰਿਦੁਆਰ ਦਾ ਨਹਾਉਣ ਨਹੀਂ ਸੀ ਕਰਨ ਆਈਆਂ, ਨਾ ਉਹ ਅੰਮ੍ਰਿਤਸਰ ਦਾ ਨਹਾਉਣ ਕਰਨ ਆਈਆਂ ਸੀ, ਉਹ ਸੋਨੇ ਦੀ ਚਿੜੀਆ ਹਿੰਦੁਸਤਾਨ ਨੂੰ ਲੁੱਟਣ ਆਈਆਂ ਸੀ, ਉਹ ਕੰਪਨੀਆਂ ਸੀ। ਅੱਜ ਵੀ ਜਿਹੜੀਆਂ ਕੰਪਨੀਆਂ ਤੂੰ ਮੂਹਰੇ ਲਾਤੀਆਂ, ਇਹ ਵੀ ਕੰਪਨੀਆਂ ਨੇ, ਇਹਨਾਂ ਦਾ ਰੂਪ ਵੀ ਉਹੀ ਹੈ, ਕੰਪਨੀਆਂ ਨੇ। ਕੀ ਤੂੰ ਮੁਲਕ ਨੂੰ ਮੁੜ ਕੇ ਲਿਆ ਕੇ 1857 ਦੀ ਪੋਜੀਸ਼ਨ ਦੇ ਵਿੱਚ ਲੈ ਕੇ ਆਉਣਾ ਚਾਹੁੰਦਾ? ਬਾਕੀ ਜਿਹੜੇ ਪਬਲਿਕ ਸੈਕਟਰ ਹਿੰਦੁਸਤਾਨ ਦੇ ਵਿੱਚ ਲੋਕਾਂ ਨੂੰ ਰੁਜ਼ਗਾਰ ਦੇ ਰਹੇ ਸੀ ਔਰ ਕੀਮਤਾਂ ਬੈਲੈਂਸ ਰੱਖ ਰਹੇ ਸੀ ਔਰ ਦੇਸ਼ ਦੀ ਸ਼ਕਲ ਬਦਲ ਰਹੇ ਸੀ, ਤੂੰ ਉਹ ਪਬਲਿਕ ਸੈਕਟਰ ਸਾਰੇ ਵੇਚ ਕੇ ਤੂੰ ਸਾਰੇ ਅਡਾਨੀਆਂ ਅੰਬਾਨੀਆਂ ਨੂੰ ਦੇਣ ਨੂੰ ਜਾ ਰਿਹਾ। ਔਰ ਤੂੰ HMT ਦਾ ਕਾਰਖਾਨਾ ਕੋਈ ਦੂਰ ਦੀ ਗੱਲ ਨਹੀਂ ਹੈ, ਕਰੋੜਾਂ ਅਰਬਾਂ ਰੁਪਏ ਦੀ ਮਸ਼ੀਨਰੀ ਨੂੰ ਬਰਬਾਦ ਕਰਕੇ ਔਰ ਕੁਝ ਜ਼ਮੀਨ ਹੜੱਪਣ ਦੇ ਲਾਲਚ ਨਾਲ ਔਰ ਸਾਰਾ ਕਾਰਖਾਨਾ ਬੰਦ ਕਰਕੇ ਰੱਖ ਦਿੱਤਾ। ਕਿੱਥੇ ਹੈ ਤੇਰਾ ਜਿਹੜਾ ਹੈ ਤੂੰ ਕਹਿ ਰਿਹਾ ਵੀ ਆਤਮ ਨਿਰਭਰ ਤਾਂ ਸਾਡੀਆਂ ਅੱਖਾਂ ਦੇ ਸਾਹਮਣੇ ਦਿੰਦਾ। ਕਿਹਨੂੰ ਤੂੰ ਆਤਮ ਨਿਰਭਰ ਬਣਾ ਰਿਹਾ? ਆਤਮ ਨਿਰਭਰ ਮੁਲਕ ਦੇ ਜਦੋਂ ਲੋਕ ਹੋ ਜਾਣਗੇ ਉਦੋਂ ਕੰਟਰੀ ਨੂੰ ਅਸੀਂ ਆਤਮ ਨਿਰਭਰ ਮੰਨਾਂਗੇ। ਅੱਜ ਮੁਲਕ ਦੇ ਲੋਕ, ਅੱਜ ਮੁਲਕ ਦਾ ਨੌਜਵਾਨ ਬੇਰੁਜ਼ਗਾਰੀ ਲਈ ਦਰ ਧੱਕੇ ਖਾਂਦਾ, BA MA ਪੜ੍ਹੇ 8 9 ਹਜ਼ਾਰ ਰੁਪਏ ਦੀ ਨੌਕਰੀ ਕਰਨ ਲਈ ਮਜਬੂਰ ਹੋਏ ਫਿਰਦੇ ਆ। ਇਹ ਸਾਡੇ ਆਪਣੀ ਆਤਮ ਨਿਰਭਰਤਾ ਹੈ। ਜੇ ਇਹ ਆਤਮ ਨਿਰਭਰਤਾ, ਮਹਾਰਾਜ ਤੂੰ ਰੱਖ ਆਪਣੀ ਆਤਮ ਨਿਰਭਰਤਾ, ਲੇਕਿਨ ਹੁਣ ਸਮਾਂ ਜਾਗ ਚੁੱਕਿਆ, ਸਟੈਪ ਬਾਈ ਸਟੈਪ ਅੱਗੇ ਵੱਧਦਾ ਜਾ ਰਿਹਾ ਸਮਾਂ। ਸਭ ਤੋਂ ਪਹਿਲਾਂ ਇਹ BJP ਦੀ ਇੱਕੋ ਥਿਊਰੀ ਹੈ, ਇਹ ਸਮਝਦੀ ਹੈ ਕਿ ਅਸੀਂ ਕੁਝ ਵੀ ਮਰਜ਼ੀ ਹੋਈ ਜਾਵੇ, ਜਿਹਨੇ ਰੋਣਾ ਰੋਵੋ, ਜਿਹਨੇ ਪੁੱਟਣਾ ਪਿੱਟੋ, ਲੇਕਿਨ ਵੋਟ ਤਾਂ ਅਸੀਂ ਲੈ ਹੀ ਲੈਣੀ ਹੈ। ਹੁਣ ਵੋਟਾਂ ਦਾ ਯੁੱਗ ਬਦਲ ਰਿਹਾ ਹੈ ਔਰ ਹਰਿਆਣਾ ਦੇ ਵਿੱਚੋਂ ਇਹ ਗੱਲ ਸਟਾਰਟ ਹੋ ਚੁੱਕੀ ਹੈ। ਸਭ ਤੋਂ ਪਹਿਲਾਂ ਬੜੌਦਾ ਦੇ ਵਿੱਚ ਉਹ ਸੀਟ ਜਿਹਦੇ ਉੱਪਰ ਕੱਲੀ ਸੀਟ ਨੇ ਲੜ ਕੇ ਕਾਂਗਰਸ 5000 ਤੇ ਜਿੱਤੀ ਸੀ, ਔਰ ਹੁਣ ਤੁਹਾਡੇ 2 ਪਾਰਟੀਆਂ ਦੇ ਅਲਾਇੰਸ ਤੋਂ ਬਾਅਦ ਦੇ ਵਿੱਚ ਉਹ 10000 ਤੇ ਜਿੱਤ ਕੇ ਗਏ ਆ। ਔਰ ਸਾਰੇ ਹਰਿਆਣੇ ਦੇ ਵਿੱਚ ਨਿਗਮ ਦੀਆਂ ਚੋਣਾਂ, ਇਹਨਾਂ ਦੀਆਂ ਚੋਣਾਂ ਦੇ ਵਿੱਚ ਇਹਨੂੰ ਰਗੜਾ ਲਾ ਕੇ ਭੇਜਤਾ। ਔਰ ਸਿਰਫ ਇੱਕ ਪੰਚਕੂਲਾ ਸਾਡੀ ਮਾੜੀ ਕਿਸਮਤ ਨੂੰ ਲੀਡਰਸ਼ਿਪ ਥੋੜ੍ਹੀਆਂ ਗਲਤੀਆਂ ਕਰ ਗਈ, ਜਿਸ ਕਰਕੇ ਬਚ ਗਈ, ਅਦਰਵਾਈਜ਼ ਬਚਦੀ ਨਹੀਂ ਸੀ। ਲੇਕਿਨ ਕੱਲ ਪੰਜਾਬ ਦੇ ਵਿੱਚ ਜੋ ਕੁਝ ਹੋਇਆ, ਅਸੀਂ ਨਹੀਂ ਕਿਸੇ ਦੀ ਵਕਾਲਤ ਕਰਦੇ ਕਿ ਕੌਣ ਪਾਰਟੀ ਚੰਗੀ ਹੈ ਕੌਣ ਪਾਰਟੀ ਮਾੜੀ ਹੈ। ਸਾਡੇ ਲਈ ਇੱਕੋ ਹੀ ਖੁਸ਼ੀ ਦੀ ਗੱਲ ਹੈ ਕਿ BJP ਨੂੰ ਮਾਂਜਾ ਫੇਰ ਕੇ ਭੇਜਤਾ ਲੋਕਾਂ ਨੇ, ਇਹ ਸਾਡੇ ਲਈ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ। ਹੁਣ ਹਿੰਦੁਸਤਾਨ ਦੇ ਲੋਕ ਹੁਣ ਜਿਸ ਵੈਸਟ ਬੰਗਾਲ ਦੀ ਆਸ ਦੇ ਉੱਪਰ ਇਹ ਭੱਜੇ ਫਿਰਦੇ ਹੈ ਵੀ ਵੈਸਟ ਬੰਗਾਲ 'ਚ ਅਸੀਂ ਕੀ ਹੈ, ਇਹਦੇ ਪਤੰਦਰਾਂ ਨੇ, ਕਿਸਾਨੀ ਲੀਡਰਸ਼ਿਪ ਨੇ ਇਹ ਅਨਾਉਂਸ ਕਰ ਦਿੱਤਾ ਕਿ ਚੱਲ ਪੁੱਤ ਅਸੀਂ ਆਏ ਉੱਥੇ ਵੀ ਮਹਾਂ ਪੰਚਾਇਤਾਂ ਕਰਾਂਗੇ। ਮਹਾਂ ਪੰਚਾਇਤਾਂ ਨੇ BJP ਦੇ ਪੈਰ ਹਿਲਾ ਕੇ ਰੱਖ ਦਿੱਤੇ ਆ। BJP ਨੂੰ ਚਿੰਤਾ ਵੱਧ ਗਈ ਹੈ ਕਿ ਮਹਾਂ ਪੰਚਾਇਤਾਂ ਦਾ ਕੋਈ ਮਤਲਬ ਹੁੰਦਾ। ਮਹਾਂ ਪੰਚਾਇਤਾਂ ਜਿੱਥੇ ਹੁੰਦੀਆਂ ਨੇ ਉਸ ਕੰਟਰੀ ਦੇ ਵਿੱਚ ਉਹ ਪਾਰਟੀ ਰਾਜ ਨਹੀਂ ਕਰ ਸਕਦੀ। ਜਿਹੜੀਆਂ ਹਰਿਆਣੇ ਦੇ ਵਿੱਚ ਹੋਈਆਂ, ਜਿਹੜੀਆਂ ਪੰਜਾਬ 'ਚ ਹੋਈਆਂ, ਜਿਹੜੀਆਂ UP ਦੇ ਵਿੱਚ ਹੋਈਆਂ, ਇਹ ਮਹਾਂ ਪੰਚਾਇਤਾਂ ਦਾ ਸੱਦਾ ਹੁਣ ਬੰਗਾਲ ਤੋਂ ਆਉਣ ਨੂੰ ਜਾ ਰਿਹਾ। ਜਿੱਦਾਂ ਉੱਥੇ ਮਹਾਂ ਪੰਚਾਇਤਾਂ ਹੋ ਗਈਆਂ, ਮੋਦੀ ਸਾਹਿਬ ਲੱਭਣਾ ਨਹੀਂ ਹੈ ਇਸ ਦੁਨੀਆ ਦੇ ਵਿੱਚੋਂ। ਵੱਡੀ ਗੱਲ ਕਹੀ ਉਹਨਾਂ ਨੇ, ਕਹਿੰਦੇ ਕਿ ਮਹਾਂ ਪੰਚਾਇਤਾਂ ਜਿੱਥੇ ਹੋਣ ਲੱਗ ਜਾਣ ਤਾਂ ਉੱਥੇ ਦੀਆਂ ਸਰਕਾਰਾਂ ਨਹੀਂ ਕਦੇ ਅੱਗੇ ਚੱਲ ਪਾਉਂਦੀਆਂ ਹੈਗੀਆਂ। ਤੇ ਇਹੀ ਗੱਲ ਉਹਨਾਂ ਨੇ ਕਹੀ ਹੈ ਕਿ ਜਿਵੇਂ ਹੁਣ ਇਲੈਕਸ਼ਨਾਂ ਦੇ ਦੌਰ ਦੇ ਵਿੱਚ ਵੀ ਅਸੀਂ ਇਹਨਾਂ ਨੂੰ ਅੱਗੇ ਜਿਹੜਾ ਕਿ ਹਰਾਵਾਂਗੇ। ਤੇ ਨਾਲ ਇਹ ਵੀ ਕਹਿਤਾ ਵੀ ਕਿਸਾਨਾਂ ਨੇ ਹੁਣ ਐਲਾਨ ਕਰਤਾ ਕਿ ਵੈਸਟ ਬੰਗਾਲ ਦੀ ਆਸ ਤੇ ਭਾਜਪਾ ਬੈਠੀ ਹੈ, ਤਾਂ ਵੈਸਟ ਬੰਗਾਲ ਵੀ ਜਿਹੜਾ ਕਿ ਕਿਸਾਨ ਜਾ ਕੇ ਮਹਾਂ ਪੰਚਾਇਤਾਂ ਕਰਨਗੇ ਤੇ ਉੱਥੇ ਕਿਤੇ ਨਾ ਕਿਤੇ ਪੂਰੇ ਸਿਸਟਮ ਹੁੰਦੇ ਹੋਏ ਨਜ਼ਰ ਆਉਣਗੇ। ਤੇ ਕਿਹਾ ਜਾ ਸਕਦਾ ਕਿ ਜਿਵੇਂ ਤੁਸੀਂ ਦੇਖੋ, ਕਹਿ ਸਕਦੇ ਹਾਂ ਕਿ ਕਿੰਨੇ ਲੋਕ ਹੁਣ ਜਾਗਰੂਕ ਹੋ ਚੁੱਕੇ ਨੇ। ਬਜ਼ੁਰਗਾਂ ਦੇ ਨਾਲ ਗੱਲ ਕਰੀ, ਦੋਵੇਂ ਬਜ਼ੁਰਗਾਂ ਨੇ ਜੇ ਕਹੀਏ ਤਾਂ ਲਾਂਤਾ ਪਾਉਣ ਵਾਲੀ ਉਹ ਕਸਰ ਨਹੀਂ ਛੱਡੀ ਹੈਗੀ ਕਿ ਜਿਵੇਂ ਅੰਦੋਲਨ ਅੱਗੇ ਵੱਧ ਰਿਹਾ ਉਹਦੇ ਵਿੱਚ ਹਰ ਕੋਈ ਇਹ ਚੀਜ਼ਾਂ ਸਮਝ ਚੁੱਕਿਆ। ਨੌਜਵਾਨ ਵੀ ਬੈਠੇ, ਉਹਨਾਂ ਨੂੰ ਪੁੱਛ ਲੈਂਦੇ ਆ। ਬਾਈ ਜੀ, ਦੇਖਿਆ ਜਾਵੇ ਲਗਾਤਾਰ ਹੀ ਪਹਿਲਾਂ ਲੱਗਦਾ ਹੁੰਦਾ ਸੀ ਪੰਜਾਬ 'ਚ, ਪਰ ਹੁਣ ਹਰਿਆਣੇ ਵਾਲੇ ਵੀ ਦੇਖੀਏ ਤਾਂ ਵੱਧ ਚੜ ਕੇ ਟੋਲ ਦੀ ਗੱਲ ਹੋਵੇ, ਰੇਲਵੇ ਤੇ ਹੋਵੇ, ਕਿਹੋ ਜਿਹਾ ਲੱਗਦਾ ਵੀ ਲੋਕਾਂ 'ਚ ਪਹਿਲਾਂ ਨਾਲੋਂ ਜਾਗਰਤੀ ਵਧੀ ਆ? ਹਾਂਜੀ, ਜਾਗਰਤੀ ਵਧੀਆ ਜੀ। ਸਭ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹ ਹਮਲਾ ਸਾਡੀਆਂ ਆਉਣ ਵਾਲੇ
ਆਉਣ ਵਾਲੇ ਬੱਚਿਆਂ ਤੇ ਹੈ। ਅਸੀਂ ਸਾਡੀ ਤਾਂ ਲੰਘ ਗਈ, ਪਰ ਸਾਡੇ ਬੱਚੇ ਕੀ ਕਰਨਗੇ ਅੱਗੇ? ਸਾਰਾ ਕੁਝ ਪ੍ਰਾਈਵੇਟ ਕਰ ਦੇਣਗੇ ਤੇ ਸਾਡੇ ਬੱਚੇ ਕੀ ਕਰਨਗੇ? ਸਰਕਾਰੀ ਨੌਕਰੀਆਂ ਬਚਣੀਆਂ ਨਹੀਂ, ਸਾਰਾ ਕੁਝ ਸਾਡੀ ਫਸਲਾਂ ਅੰਬਾਨੀਆਂ ਅਡਾਨੀਆਂ ਨੂੰ ਦੇ ਦੇਣਗੇ, ਸਾਡੀਆਂ ਜ਼ਮੀਨਾਂ ਖੋਲਣਗੇ ਜੀ। ਤੇ ਅਸੀਂ ਕੀ ਕਰਾਂਗੇ ਜੀ? ਇੱਥੇ ਮਜ਼ਦੂਰੀ ਕਰਾਂਗੇ, ਜਿਵੇਂ ਬਿਹਾਰ ਤੋਂ ਲੋਕ ਇੱਥੇ ਆ ਕੇ ਕਰ ਰਹੇ ਨੇ ਹੁਣ। ਉਹ ਅਸੀਂ ਕਿੱਥੇ ਜਾਵਾਂਗੇ? ਬਿਹਾਰ ਵਾਲੇ ਤਾਂ ਇੱਥੇ ਆ ਰਹੇ ਨੇ। ਜੇ ਸਾਡੇ ਹੁਣ ਰਿਚ ਕਿਸਾਨ ਮੰਨੇ ਜਾਂਦੇ ਨੇ ਪੰਜਾਬ ਹਰਿਆਣੇ ਦੇ, ਕਿਉਂ ਮੰਨੇ ਜਾਂਦੇ ਨੇ? ਜੋ ਸਾਡੇ ਕੋਲ ਫਸਲਾਂ ਸੀ ਜੀ, ਉਹਨਾਂ ਦੇ ਰੇਟ ਸਾਨੂੰ ਸਹੀ ਮਿਲਦੇ ਸੀ। ਜਦੋਂ ਸਾਡੇ ਤੋਂ ਉਹੀ ਖੋਹ ਲਿਆ ਤਾਂ ਅਸੀਂ ਕੀ ਕਰਾਂਗੇ? ਬਿਲਕੁਲ ਸਵਾਲ ਵੱਡਾ ਇਹੀ ਹੈ ਕਿ ਆਖਰਕਾਰ ਲੋਕ ਇਹ ਡਰਦੇ ਨੇ ਕਿ ਯੂਪੀ ਬਿਹਾਰ ਵਾਲਾ ਹਾਲ ਐਸੀ ਨਹੀਂ ਹੋਣ ਦੇਣਾ, ਕਿਉਂਕਿ ਉਹਨਾਂ ਨੂੰ ਤਾਂ ਸਰ ਗਿਆ, ਉਹ ਤਾਂ ਹਰਿਆਣਾ ਪੰਜਾਬ ਆ ਗਏ, ਪਰ ਐਸੀ ਕਿੱਥੇ ਜਾਵਾਂਗੇ? ਵੱਡੀ ਚਿੰਤਾ ਉਹਨਾਂ ਦੀ ਇਹ ਬਣੀ ਹੋਈ ਹੈ। ਤੇ ਕਿਹਾ ਜਾ ਸਕਦਾ ਕਿ ਜਿਵੇਂ ਜਿਵੇਂ ਹੁਣ ਕਿਸਾਨਾਂ ਨੇ ਜੇ ਦੇਖਿਆ ਜਾਵੇ 4 ਘੰਟੇ ਦਾ ਬੰਦ ਬੁਲਾਤਾ, ਰੇਲਵੇ ਟਰੈਕ ਜਾਮ ਕੀਤੇ ਨੇ, ਤਾਂ ਉਦੋਂ ਬਾਅਦ ਹੁਣ ਕੇਂਦਰ ਕੀ ਆਖਰਕਾਰ ਇਹ ਚੀਜ਼ਾਂ ਤੋਂ ਹਿੱਲੂਗਾ? ਕਿਉਂਕਿ ਹੁਣ ਜਿਹੜਾ ਇੱਕ ਪੂਰਾ ਡੈਡਲੌਕ ਬਣਿਆ ਪਿਆ, ਕੋਈ ਗੱਲਬਾਤ ਨਹੀਂ ਹੋ ਰਹੀ। ਭਾਵੇਂ ਸਰਕਾਰ ਨੇ ਇਹ ਗੱਲ ਕਹੀ ਹੈ ਕਿ ਅਸੀਂ ਤਿਆਰ ਹਾਂ ਜਦ ਮਰਜ਼ੀ ਕਿਸਾਨ ਹੋਣ, ਪਰ ਕਿਸਾਨ ਕਹਿੰਦੇ ਕਿ ਆਖਰ ਜਿਵੇਂ ਬੇਬੇ ਨੇ ਕਿਹਾ ਕਿ ਮਿੱਠੀਆਂ ਗੋਲੀਆਂ ਨਹੀਂ ਲੈਣੀਆਂ, ਸਾਨੂੰ ਤਾਂ ਹੱਲ ਦੇ ਮਸਲੇ ਦਾ ਦੱਸੋ ਕਿ ਹੱਲ ਕੀ ਨਿਕਲੂਗਾ। ਤੇ ਹੱਲ ਇਹੀ ਹੈ ਕਿ ਕਿਤੇ ਨਾ ਕਿਤੇ ਕਿਸਾਨ ਕਹਿੰਦੇ ਕਿ ਜਿਹੜਾ ਰੱਦ ਜੋ ਤੱਕ ਕਾਨੂੰਨ ਤੁਸੀਂ ਨਹੀਂ ਕਰਦੇ, ਉਹ ਤੱਕ ਐਸੀ ਕੋਈ ਗੱਲ ਜਿਹੜੀ ਹੈ ਉਹ ਅੱਗੇ ਨਹੀਂ ਵਧਾਵਾਂਗੇ। ਖੈਰ ਦੇਖਣਾ ਹੋਊਗਾ ਹੁਣ ਅੱਜ ਦਾ ਜਿਹੜਾ ਪੂਰਾ ਇਹ ਬੰਦ ਹੋਣਾ, ਤੇ ਇਸ ਬੰਦ ਤੋਂ ਬਾਅਦ ਕੀ ਸਰਕਾਰਾਂ ਅੱਗੇ ਸਮਾਧਾਨ ਕਰਨੀ, ਹੱਲ ਕਰਨੀ ਨੂੰ ਵਧਣਗੀਆਂ, ਇਹ ਹਾਲਾਂਕਿ ਦੇਖਣਾ ਹੋਊ। ਸਰਕਾਰ ਹੌਲੀ ਹੌਲੀ ਕੀ ਪਟੜੀ ਤੇ, ਕਿਹੜੀ ਪਟੜੀ ਤੇ ਖੁਦ ਤੁਰਦੀ ਹੋਈ ਦਿਖੂ। ਸੀਨੀਅਰ ਵੀਡੀਓ ਜਰਨਲਿਸਟ ਕਮਲ ਦੇ ਨਾਲ ਸਮੀਰ ਸਿੰਘ, ਡੇਲੀ ਪੋਸਟ ਪੰਜਾਬੀ, ਪੰਚਕੂਲਾ। ਸਤਿ ਸ਼੍ਰੀ ਅਕਾਲ, ਤੁਸੀਂ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ। ਤੇ ਜਿਵੇਂ ਥਾਈਂ ਥਾਈਂ ਪ੍ਰੋਗਰਾਮ ਦਿੱਤਾ ਕਿਸਾਨਾਂ ਦੇ ਵੱਲੋਂ ਕਿ 4 ਘੰਟੇ ਜਿਹੜੀ ਰੇਲਵੇ ਟਰੈਕ ਹੈ